ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। 2015 ਦੇ ਵਿੱਚ ਹੋਈ ਬੇਅਦਬੀ ਤੇ ਗੋਲੀकांड ਦੇ ਮਾਮਲੇ 'ਚ ਇਨਸਾਫ ਦਾ ਇੰਤਜ਼ਾਰ ਕਰੀਬ 6 ਸਾਲ ਬਾਅਦ ਵੀ ਖਤਮ ਅਜੇ ਤੱਕ ਤਾਂ ਨਹੀਂ ਹੋਇਆ ਤੇ ਇੰਤਜ਼ਾਰ ਅਜੇ ਹੋਰ ਲੰਬਾ ਖਿੱਚਦਾ ਨਜ਼ਰ ਵੀ ਆ ਰਿਹਾ ਹੈ ਕਿਉਂਕਿ ਹਾਈ ਕੋਰਟ ਨੇ ਉਸ ਜਾਂਚ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ। ਹਾਈ ਕੋਰਟ ਦੇ ਵੱਲੋਂ ਜਾਂਚ ਰਿਪੋਰਟ ਨੂੰ ਖਾਰਿਜ ਕੀਤੇ ਜਾਣ ਤੋਂ ਬਾਅਦ ਹੁਣ ਸੂਬੇ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ ਤੇ ਇਸ ਵਿਚਾਲੇ ਲਾਮਬੰਦੀ ਹੋ ਰਹੀ ਹੈ। ਲਾਮਬੰਦੀ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸਾਬਕਾ ਜਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ 'ਚ ਅੱਗੇ ਦੀ ਰਣਨੀਤੀ ਘੜੀ ਗਈ। ਹਾਲਾਂਕਿ ਅੱਗੇ ਦਾ ਐਕਸ਼ਨ ਪਲਾਨ ਕੀ ਹੋਏਗਾ ਇਸ ਦਾ ਖੁਲਾਸਾ ਨਹੀਂ ਕੀਤਾ ਬਲਕਿ ਕਿਹਾ ਕਿ 27 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ। ਪਰ ਮੀਟਿੰਗ 'ਚ ਸ਼ਾਮਲ ਆਗੂਆਂ ਦੇ ਬਿਆਨ ਜਿਨ੍ਹਾਂ ਦੇ ਵਿੱਚ ਸੁਖਪਾਲ ਖਹਿਰਾ ਵੀ ਸ਼ਾਮਲ ਨੇ ਉਹਨਾਂ ਦੇ ਬਿਆਨ ਸਾਫ਼ ਜ਼ਰੂਰ ਕਰ ਗਏ ਕਿ ਕਿਸੇ ਵੱਡੇ ਸੰਘਰਸ਼ ਦੀ ਤਿਆਰੀ ਜ਼ਰੂਰ ਹੈ। ਤਾਂ ਸਵਾਲ ਇਹ ਹੈ ਕਿ ਆਖਿਰ ਬਰਗਾੜੀ ਮੋਰਚੇ ਵਰਗੇ ਮੋਰਚੇ ਦੀ ਤਿਆਰੀ ਇਹ ਧਾਰਮਿਕ ਤੇ ਸਿਆਸੀ ਆਗੂਆਂ ਦਾ ਨਵਾਂ ਮੋਰਚਾ ਕਰ ਰਿਹਾ ਹੈ ਕਿ 27 ਤਰੀਕ ਨੂੰ ਇਹ ਐਲਾਨ ਕਰ ਦਿੱਤਾ ਜਾਏਗਾ ਕਿ ਇੱਕ ਨਵਾਂ ਮੋਰਚਾ ਬਰਗਾੜੀ ਦੀ ਤਰ੍ਹਾਂ ਸ਼ੁਰੂ ਕਰਨ ਜਾ ਰਹੇ ਹਾਂ। ਤੇ ਸਵਾਲ ਇਹ ਵੀ ਹੈ ਕਿ ਕਿਸਾਨ ਅੰਦੋਲਨ ਦੇ ਵਿਚਾਲੇ ਕੋਈ ਪੱਕਾ ਮੋਰਚਾ ਲਗਾਇਆ ਜਾਵੇਗਾ ਜਾਂ ਨਹੀਂ। ਖੈਰ ਚਰਚਾ ਕਰਾਂਗੇ ਹਾਈ ਕੋਰਟ ਦੇ ਵੱਲੋਂ ਰਿਪੋਰਟ ਖਾਰਜ ਹੋਣ ਤੇ ਫਿਰ ਉਸ ਤੋਂ ਬਾਅਦ ਲਾਮਬੰਦੀ ਦੀ ਹੋ ਰਹੀ ਤਿਆਰੀ। ਹਾਈ ਕੋਰਟ ਤੋਂ ਕੋਟਕਪੁਰਾ ਗੋਲੀकांड ਤੇ ਬਣੀ SIT ਰੱਦ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਦੀ ਤਰ੍ਹਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਬੇਅਦਬੀ ਤੇ ਗੋਲੀकांड ਦਾ ਮੁੱਦਾ ਵੱਡਾ ਬਣਨ ਵਾਲਾ ਹੈ ਕਿਉਂਕਿ ਕਈ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਗੇ ਦੀ ਰਣਨੀਤੀ ਘੜੀ ਗਈ। ਇਸ ਦੌਰਾਨ ਵਿਧਾਇਕ ਸੁਖਪਾਲ ਖਹਿਰਾ, ਪਰਮਿੰਦਰ ਢੀਂਡਸਾ, ਜਗਦੇਵ ਕਮਾਲੂ ਤੇ ਪਿਰਮਲ ਖਾਲਸਾ ਵੀ ਸ਼ਾਮਲ ਹੋਏ ਤੇ ਸਾਫ਼-ਸਾਫ਼ ਸੰਕੇਤ ਦੇ ਦਿੱਤੇ ਗਏ ਕਿ ਬੇਅਦਬੀ ਤੇ ਗੋਲੀकांड ਦੇ ਮੁੱਦੇ ਉੱਤੇ ਇਨਸਾਫ ਦਿਵਾਉਣ ਦੇ ਲਈ ਵੱਡੇ ਪੱਧਰ ਤੇ ਮੋਰਚਾ ਖੋਲ੍ਹਿਆ ਜਾਵੇਗਾ। ਦੇ ਖਿਲਾਫ ਜਿਹੜਾ ਫੈਸਲਾ ਆਇਆ ਜਿਹੜਾ ਹਾਈ ਕੋਰਟ ਨੇ ਇੱਕ ਤਰਫਾ ਇੱਕ ਪਾਸੜ ਸਿੱਖ ਕੌਮ ਦੇ ਹਿਰਦੇ ਵਲੂੰਦਰਨ ਵਾਲਾ ਫੈਸਲਾ ਦਿੱਤਾ ਉਹਦੇ ਖਿਲਾਫ ਅਸੀਂ ਇੱਕ ਐਕਸ਼ਨ ਪ੍ਰੋਗਰਾਮ ਬਣਾਵਾਂਗੇ। ਉਹਦਾ ਐਲਾਨ ਕਰਾਂਗੇ 27 ਤਰੀਕ ਨੂੰ ਅੰਬ ਸਾਹਿਬ ਗੁਰਦੁਆਰੇ 11 ਵਜੇ। ਲੰਬੇ ਮੰਥਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ 27 ਅਪ੍ਰੈਲ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠ ਕੀਤਾ ਜਾਵੇਗਾ ਤੇ ਇਸ ਦੌਰਾਨ ਹੀ ਅਗਲੀ ਰਣਨੀਤੀ ਦਾ ਐਲਾਨ ਹੋਵੇਗਾ। 27 ਤਰੀਕ ਨੂੰ ਦਿਨ ਮੰਗਲਵਾਰ ਅੰਬ ਸਾਹਿਬ ਗੁਰਦੁਆਰਾ ਮੁਹਾਲੀ ਵਿਖੇ ਇਹੀ ਨੁਮਾਇੰਦਾ ਇਕੱਠ ਨਾਟ ਜਨਤਕ ਇਕੱਠ ਇੱਕ ਨੁਮਾਇੰਦਾ ਇਕੱਠ ਹੋਵੇਗਾ ਔਰ ਉਹਦੇ ਵਿੱਚ ਹੋਰ ਵੀ ਜਿਹੜੀਆਂ ਜਥੇਬੰਦੀਆਂ ਅਰਸੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਹੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ ਜਾਵੇਗਾ ਤੇ ਉੱਥੇ ਇੱਕ ਐਕਸ਼ਨ ਪਲਾਨ ਭਾਈ ਰਣਜੀਤ ਸਿੰਘ ਜੀ ਐਲਾਨ ਕਰ। ਧਾਰਮਿਕ ਤੇ ਸਿਆਸੀ ਲੀਡਰਾਂ ਦੇ ਇੱਕ ਮੰਚ ਤੇ ਆਉਣ ਤੋਂ ਬਾਅਦ ਹੁਣ ਵੱਡਾ ਸਵਾਲ ਹੈ ਕਿ ਮੁੜ ਬਰਗਾੜੀ ਮੋਰਚਾ ਲਗਾਉਣ ਦੀ ਤਿਆਰੀ ਹੋ ਰਹੀ ਹੈ ਕਿ ਇਹ ਮੋਰਚਾ ਸੂਬਾ ਸਰਕਾਰ ਦੇ ਖਿਲਾਫ ਖੁੱਲ੍ਹਿਆ ਜਾਏਗਾ ਤੇ ਸਰਕਾਰ ਇਸ ਮੁੱਦੇ ਤੇ ਆਪਣਾ ਕਿਵੇਂ ਬਚਾਅ ਕਰਦੀ ਹੈ। ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਬੇਅਦਬੀ ਤੇ ਗੋਲੀकांड ਦਾ ਮੁੱਦਾ ਆਉਣ ਵਾਲੇ ਦਿਨਾਂ 'ਚ ਪੂਰਾ ਗਰਮਾਉਣ ਵਾਲਾ ਹੈ ਜਿਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਆਮੋ ਸਾਹਮਣੇ ਹੋਣਗੇ। ਚੰਡੀਗੜ੍ਹ ਤੋਂ ਨੁਪਿੰਦਰ ਸਿੰਘ ਬਰਾੜ, ਨਿਊਜ਼ 18 ਪੰਜਾਬ। ਤਾਂ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਸਿਆਸਤ ਦਾ ਮੁੱਦਾ ਤਾਂ ਹੈ 2017 ਦੀਆਂ ਚੋਣਾਂ 'ਚ ਬਹੁਤ ਵੱਡਾ ਮੁੱਦਾ ਹੋਇਆ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਇਸ ਮੁੱਦੇ ਦਾ ਜ਼ਿਕਰ ਹੋ ਰਿਹਾ ਹੈ। ਪਰ ਸਿਆਸਤ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਫ ਕਦੋਂ ਕਿ ਵਾਕਈ ਹੀ ਇਨਸਾਫ ਬਹੁਤ ਡਿਲੇ ਹੁੰਦਾ ਨਜ਼ਰ ਆ ਰਿਹਾ ਹੈ। 2015 ਤੋਂ 2021 ਆ ਚੁੱਕਿਆ ਹੈ ਤਾਂ ਕੀ ਚੋਣਾਂ ਤੋਂ ਪਹਿਲਾਂ ਇਨਸਾਫ ਹੋ ਜਾਏਗਾ, ਮਿਲ ਜਾਏਗਾ ਜਾਂ ਇਹੀ ਇਲੈਕਸ਼ਨ ਦੇ ਵਿੱਚ ਮੁੱਦਾ ਹੋਏਗਾ? ਕਿਸ ਦੇ ਲਈ ਉਹ ਮੁੱਦਾ ਹੋਏਗਾ ਕਿਉਂਕਿ ਅਕਾਲੀ ਦਲ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰਦੀ ਹੈ। ਜੇ ਸਰਕਾਰ ਦਾ ਅਸੀਂ ਜ਼ਿਕਰ ਕਰੀਏ ਮਤਲਬ ਕਾਂਗਰਸ ਦਾ ਤਾਂ ਕਾਂਗਰਸ ਨੂੰ 2022 ਦੀਆਂ ਚੋਣਾਂ 'ਚ ਲੋਕਾਂ ਨੂੰ ਜਵਾਬ ਦੇਣਾ ਹੋਏਗਾ ਕਿ ਤੁਹਾਡੇ 2017 ਵਾਲੇ ਵਾਅਦੇ ਦਾ ਕੀ ਹੋਇਆ। ਪਰ ਇਸ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਕੋਲ ਵੀ ਮੁੱਦਾ ਹੋਏਗਾ ਕਿ ਇਸ ਮੁੱਦੇ ਉੱਤੇ ਉਹ ਕਿਸ ਤਰੀਕੇ ਨਾਲ ਸਰਕਾਰ ਨੂੰ ਘੇਰਦੇ ਨੇ, ਲੋਕਾਂ ਤੱਕ ਪਹੁੰਚ ਕਰਦੇ ਨੇ। ਖੈਰ ਅਸੀਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਸਭ ਤੋਂ ਪਹਿਲਾਂ ਤਾਰੂਫ ਕਰਵਾਉਣੇ ਅੱਜ ਦੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਸੀਨੀਅਰ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ RS ਬੈਂਸ ਸਾਹਿਬ। ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਮਹੇਸ਼ ਚੰਦਰ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਾਬਕਾ ਮੰਤਰੀ ਨੇ। ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ ਵੀ। ਸਾਡੇ ਨਾਲ ਸੁਰਜੀਤ ਸਿੰਘ ਸਵੈਚ ਜੀ ਜੁੜ ਰਹੇ ਨੇ, ਸੀਨੀਅਰ ਐਡਵੋਕੇਟ ਨੇ, ਕਾਂਗਰਸ ਦੇ ਸਪੋਕਸਪਰਸਨ ਨੇ। ਸਵੈਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਸੁਖਪਾਲ ਖਹਿਰਾ ਜੁੜਨਗੇ ਜੋ ਇਸ ਮੀਟਿੰਗ ਦੇ ਵਿੱਚ ਮੌਜੂਦ ਵੀ ਸੀ, ਵਿਧਾਇਕ ਵੀ ਨੇ ਭੁਲੱਥ ਤੋਂ
ਤੇ ਨਾਲ ਸਾਡੇ ਹਰਜਿੰਦਰ ਸਿੰਘ ਮਾਝੀ ਜੀ ਵੀ ਜੁੜਨਗੇ ਜੋ ਸਿੱਖ ਪ੍ਰਚਾਰਕ ਨੇ, ਜੋ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੀ ਮੌਜੂਦ ਸੀ। ਮੈਂ ਸ਼ੁਰੂਆਤ ਕਰਦੇ ਹਾਂ ਬੈਂਸ ਸਾਹਿਬ ਤੁਹਾਡੇ ਤੋਂ। ਪਹਿਲਾਂ ਇੱਕ ਕਾਨੂੰਨੀ ਪੱਖ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸੁਖਪਾਲ ਖਹਿਰਾ ਦੇ ਬਿਆਨ ਦੇ ਵਿੱਚ ਝਲ ਗਿਆ। ਬੈਂਸ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਸੁਖਪਾਲ ਖਹਿਰਾ ਸਟੇਟਮੈਂਟ ਦਿੰਦੇ ਨੇ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ। ਸਾਬਕਾ ਜਥੇਦਾਰ ਹੋਰਾਂ ਦੇ ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਕਿ ਇੱਕ ਪਾਸੜ ਫੈਸਲਾ ਸੁਣਾ ਦਿੱਤਾ ਗਿਆ। ਇਸ ਪੂਰੀ ਜਜਮੈਂਟ, ਇਸ ਪੂਰੇ ਟਿੱਪਣੀਆਂ ਜੋ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਕੀਤੀਆਂ ਗਈਆਂ ਹੁਣ, ਜਾਂ ਪੂਰਾ ਫੈਸਲਾ ਜੋ ਸੀ ਜੋ ਜਨਤਕ ਕੀਤਾ ਗਿਆ, ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਮਾਮਲੇ 'ਚ ਕੁਝ ਵੱਖਰਾ ਹੋਇਆ ਜੋ ਅਦਾਲਤ ਆਮ ਤੌਰ ਤੇ ਨਹੀਂ ਕਰਦੀ ਔਰ ਇਸ ਪੂਰੇ ਮਾਮਲੇ 'ਚ ਕਰ ਦਿੱਤਾ? ਕਿਉਂਕਿ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਅਦਾਲਤਾਂ ਦੇ ਫੈਸਲੇ ਤੇ ਆਪਾਂ ਨਹੀਂ ਕਰਦੇ। नहीं, ऐसी गल नहीं है कि एक तरफा होया, सब नूं सुनिया गया। एडी वड्डी टीम्स पंजाब सरकार दी उत्थे सी, सिद्धार्थ लुथरा विद ऑल द एडवोकेट्स, उन्हां नूं कई दिन तक सुनिया। मगर ये सच है कि इस तो पहला यही मामला हाई कोर्ट कोल 2 वारी पहला आया सी, सिमिलर मुद्दे उठे सी, उन्हां नूं डिसमिस कीता सी ते उस जजमेंट दी रिस्पैक्ट करके ਇਹ ਜੱਜ ਨੂੰ ਜਾਂ ਤਾਂ 3 ਜੱਜਾਂ ਦੇ ਬੈਂਚ ਨੂੰ ਕਨਸਟੀਟਿਊਟ ਕਰਨਾ ਚਾਹੀਦਾ ਸੀ, ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਕਲੀਨ ਚਿਟ ਦਿੱਤੀ ਹੈ ਉਹ ਕਾਨੂੰਨ ਦੇ ਮੁਤਾਬਿਕ ਠੀਕ ਨਹੀਂ ਹੈ। ਸਰਟਨਲੀ ਕੁਝ ਗਲਤੀਆਂ ਹੋਈਆਂ, ਕੁਮਰ ਵਿਜੇ ਪ੍ਰਤਾਪ ਸਿੰਘ ਕੋ ਐਜ਼ ਹੈਡ ਕੁਝ ਗਲਤੀਆਂ ਹੋਈਆਂ, ਇਸ ਸਰਕਾਰ ਕੋਲ ਕੁਝ ਗਲਤੀਆਂ ਹੋਈਆਂ, ਇਨਵੈਸਟੀਗੇਸ਼ਨ ਵਿੱਚ ਕੁਝ ਗਲਤੀਆਂ ਹੋਈਆਂ, ਬਟ ਉਹ ਗਲਤੀਆਂ ਇੰਨੀਆਂ ਵੱਡੀਆਂ ਨਹੀਂ ਸੀ ਕਿ ਤੁਸੀਂ ਪੂਰੀ ਇਨਵੈਸਟੀਗੇਸ਼ਨ ਨੂੰ ਖਤਮ ਕਰ ਦਿਓ ਫਿਰ ਨਵੀਂ ਟੀਮ ਬੁਲਾਓ। क्योंकि हाई कोर्ट ने जिस तरह डायरेक्शन दी है कि साइन कौन करेगा, ये सारियां हाई कोर्ट के मुद्दे या जुरिसडिक्शन विच नहीं सी। ऑर्डिनरली हाई कोर्ट सिर्फ कानूनी सवाल देखता है। कानूनी सवाल की सी कि दूसरा FIR दर्ज हो सकता सी कि नहीं हो सकता सी। एक क्लीयरली दोनों FIR पढ़ो तो बिल्कुल FIR एक दूजे के खिलाफ है। एक FIR कहता पुलिस का वर्शन है, दूजा FIR कहता कि लोगों का वर्शन है। हुण ये दोनों FIR एक दूजे के खिलाफ है, ये दोनों दर्ज हो सकते सी। मगर हाई कोर्ट ने इस गल ते साडे उन्हां दे खिलाफ फाइंडिंग देती कि जी फाइल दे विच, इन्वेस्टिगेशन फाइल दे विच ये लिखा है कि ये काउंटर वर्शन नहीं है, ये तो सिमिलर वर्शन है, एक दूजे की कनैक्टेड स्टोरी है। हुण दोनों FIR पढ़ के साफ नज़र आता है हाई कोर्ट की फाइंडिंग बिल्कुल रिकॉर्ड के खिलाफ है, बट उन्होंने इन्वेस्टिगेशन फाइल दे विच किते दर्ज सी। हुण ये गलती इन्वेस्टिगेशन वाले तो हो गई। सो इसी तरह जी दूसरी फाइंडिंग हाई कोर्ट ने दी है कि जी बादल साहब के खिलाफ जी स्टोरी है वो इमेजिनरी है, वो ये सारी गल्लां हाई कोर्ट नहीं सी कह सकता। ये तो ट्रायल कोर्ट ने कहना सी, जो उन्होंने एविडेंस रिकॉर्ड करना सी, उन्होंने इस कंक्लूजन पर पहुँचना सी कि एविडेंस सफिशेंट है कि नहीं है। हाई कोर्ट का सिर्फ 2 ही मुद्दे सी उन्होंने कि बई जी इन्वेस्टिगेशन इंपार्शल हुई है कि नहीं हुई है। जे थानू लगता इंपार्शल नहीं हुई तो तुसी इन्वेस्टिगेटिंग ऑफिसर बदल सकते हो या गवर्नमेंट को रिक्वेस्ट कर सकते हो। मगर जो चलान ऑलरेडी पेश हो चुका होवे, जो सारा सबूत ऑलरेडी कोर्ट को लगे होवे, ऑर्डिनरली हाई कोर्ट इंटरफेयर नहीं करता, एक्सेप्शनल सर्कमस्टांसिस करता है। और जो पहला ऑलरेडी 2 बारी हाई कोर्ट ने फैसला दिता होवे कि इन्वेस्टिगेशन या CBI को भेजने की लोड़ नहीं है, उस हिसाब नाल थोड़ा मैं कह सकता कि हाई कोर्ट ने थोड़ा जिहा इहो जी गल कीती जिहड़ी थोड़ी अनहोनी है, अनयूजुअल है, तो इस करके फैसले नूं एक पक्ष तो जरूर चैलेंज करना चाहिए। सरकार नूं बिना टाइम वेस्ट कीते SIT ਤਾਂ बना देनी चाहिए है जी, नाल दी नाल ये फाइंडिंग भी चैलेंज करनी चाहिए है, क्योंकि सानू हुण डिले नहीं करना चाहिए। एक अफसर ते पूरा इन्वेस्टिगेशन डिपेंडेंट नहीं हुंदी। तुसीं तुहानू 3 अफसरां नूं फटाफट कॉन्स्टिट्यूट करो तो 3 महीने भी दोबारा चलान पेश कर दो। नहीं बैंस साहब, मैं एक होर चीज़ जाननी चाहना, उस तो बाद मैं बाकी मेहमानों का रुख करा। तुसीं क्लीन चिट का जिक्र किया कि वाकई ही इसनूं क्लीन चिट समझा जाए, क्योंकि अदालत ने जरूर कहा कि तुसी कन्वर्सेशन जिहड़ी कुछ मिनट की हुई है DGP या फिर मुख मंत्री के विचाले 2015 च अक्तूबर दे विच जदों गोलीकांड की घटना वापरदी है तो उस दे बिहाफ दे उत्ते किसी मुख मंत्री नूं तुसी मुलजम नहीं बना सकते कि रोजाना DGP ते CM दियां जिहड़ियां फोन ते कॉल्स हुंदियां होणगीਆਂ। इस तरीके का उन्होंने उस दे विच तर्क दिता जिन्ना कि मैं पढ़ सकिया। क्लीन चिट किस नूं समझदे हो तुसी? क्योंकि जांच खत्म भी नहीं कीती उन्होंने भी कि दोनों FIRs दी जांच कीती जावे। देखो वो 7 FIR है, ये जजमेंट सर एक FIR की गल कर दी है, ठीक है ना। सो मामला तो पूरा थले कोर्ट को है, बिल्कुल ठीक है, कोई बड़ा नुकसान नहीं होया। मगर कोर्ट का यह कहना कि जी कन्वर्सेशन है चीफ मिनिस्टर की रूटीन है, ये फाइंडिंग कोर्ट ने कितों ली? क्योंकि 2 गल्लां हो सकदी है। यही कन्वर्सेशन क्या पता
ਆਫੀਸਰ ਕਹਿ ਸਕਦੇ ਹੋਣ ਕਿ ਸਰ ਇੱਥੇ ਪੀਸਫੁਲ ਹੈ, ਇੱਥੇ ਕੋਈ ਲੋੜ ਨਹੀਂ, ਤਾਂ ਸਿੱਧਾ ਚੀਫ ਮਿਨਿਸਟਰ ਕਹਿ ਰਿਹਾ ਹੋਵੇ, ਹੋਮ ਮਿਨਿਸਟਰ ਕਹਿ ਰਿਹਾ ਹੋਵੇ ਕਿ ਨਹੀਂ ਨਹੀਂ ਤੁਸੀਂ ਫਾਇਰਿੰਗ ਕਰੋ, ਫਿਰ ਇਹ ਕ੍ਰਾਈਮ ਬਣ ਜਾਂਦਾ ਹੈ। ਜੇ ਉਹ ਰੂਟੀਨ ਗੱਲ ਹੋਵੇ ਫਿਰ ਇਹ ਇਨੋਸੈਂਟ ਹੈ। ਇਹ ਕੋਰਟ ਨੂੰ ਕਿੱਦਾਂ ਪਤਾ ਲੱਗਾ? ਕੋਰਟ ਕੋਲ ਕਨਵਰਸੇਸ਼ਨ ਨਹੀਂ ਸੀ, ਕੋਰਟ ਇਹ ਇਨਫਰੈਂਸ ਨਹੀਂ ਡਰਾ ਕਰ ਸਕਦਾ। ਇਹ ਟ੍ਰਾਇਲ ਕੋਰਟ ਇਨਫਰੈਂਸ ਡਰਾ ਕਰ ਸਕਦਾ ਸੀ ਕਿ ਜੀ ਸਾਰੇ ਐਵੀਡੈਂਸ ਦੇਖਣ ਤੋਂ ਬਜਾਏ ਸਾਰੀ ਸਰਕਮਸਟੈਂਸ ਦੇਖਣ ਤੋਂ ਮੈਂ ਸਾਬਤ ਕਰਦਾ ਕਿ ਜਿਹੜੀ ਚੀਫ ਮਿਨਿਸਟਰ ਦੀ ਗੱਲ ਸੀ ਉਹ ਇਨੋਸੈਂਟ ਸੀ, ਰੂਟੀਨ ਸੀ, ਐਡਮਿਨਿਸਟ੍ਰੇਟਿਵ ਸੀ, ਜਾਂ ਉਹ ਪਾਰਟ ਆਫ ਕਨਸਪੀਰੇਸੀ ਸੀ, ਜਾਂ ਉਹ ਹਿੱਸਾ ਸੀ ਕ੍ਰਾਈਮ ਕਰਨ ਦਾ। ਸਿੱਧਾ ਚੀਫ ਮਿਨਿਸਟਰ ਕਦੇ ਨਹੀਂ ਕਹਿ ਸਕਦਾ ਕਿ ਤੁਸੀਂ ਸ਼ਾਂਤਮਈ ਬੰਦਿਆਂ ਤੇ ਸਿੱਧੀ ਗੋਲੀ ਚਲਾਓ ਤਾਂ ਕਿ ਧਿਆਨ ਭਰੇ ਦੂਜੇ ਪਾਸੇ ਹੋਵੇ, ਮੈਨੂੰ ਪੋਲੀਟੀਕਲ ਫਾਇਦਾ ਹੋਵੇ। ਇਹ ਗੱਲਾਂ ਹਾਈ ਕੋਰਟ ਕੋਲ ਇਹੋ ਜਿਹਾ ਕੋਈ ਮਟੀਰੀਅਲ ਨਹੀਂ ਸੀ ਕਹਿਣ ਦਾ। ਉਸ ਗੱਲ ਤੇ ਹਾਈ ਕੋਰਟ ਗਲਤ ਹੈ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਤੁਸੀਂ ਬਹੁਤ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਹੋ ਕਿ ਕੁਝ ਅਲੱਗ ਤਾਂ ਹੋਇਆ ਹੈ, ਕਿ ਤੁਸੀਂ ਕਹਿ ਰਹੇ ਹੋ ਕਿ ਅਣਹੋਣੀ ਜੀ ਹੈ ਜਿਹੜੀ ਕੀਤੀ ਗਈ ਹੈ ਇਸ ਪੂਰੇ ਫੈਸਲੇ ਦੇ ਵਿੱਚ ਸੁਣਾਉਂਦੇ ਹੋਏ। ਸਰਕਾਰ ਕੋਲ ਕੀ ਆਪਸ਼ਨਸ ਨੇ, ਮੈਂ ਉਸ ਦੇ ਉੱਤੇ ਵੀ ਤੁਹਾਡੇ ਕੋਲ ਆਵਾਂਗਾ। ਸਾਡੇ ਨਾਲ ਅਕਾਲੀ ਦਲ ਤੋਂ ਸੀਨੀਅਰ ਲੀਡਰ ਜੁੜੇ ਹੋਏ ਨੇ ਮਹੇਸ਼ਿੰਦਰ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਪਹਿਲਾ ਸਵਾਲ ਮੇਰਾ, ਆਪਾਂ ਅਦਾਲਤ ਦੇ ਹੁਕਮਾਂ ਵੱਲ ਜਾਈਏ, ਪਰ ਪਹਿਲਾ ਸਵਾਲ ਹੈ ਕਿ ਸਿਆਸੀ ਤੇ ਧਾਰਮਿਕ ਆਗੂਆਂ ਦੀ ਜੁਗਲਬੰਦੀ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਚੰਡੀਗੜ੍ਹ ਦੀ ਮੀਟਿੰਗ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਦੇਖੋ ਸ਼ੁਕਲਾ ਸਾਹਿਬ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਜਿਸ ਦਿਨ ਦੀ ਇਹ ਇਨਵੈਸਟੀਗੇਸ਼ਨ ਚੱਲੀ ਹੈ ਜੀ, ਇਹ ਕੇਸ ਦੀ ਇਨਵੈਸਟੀਗੇਸ਼ਨ ਨਹੀਂ ਹੋਈ। ਇਹ ਪੋਲੀਟੀਕਲ ਏਜੰਡਾ ਤੈਅ ਕੀਤਾ ਜਾ ਰਿਹਾ ਸੀਗਾ, ਕਿਉਂਕਿ 307 ਦਾ ਕੇਸ ਹੈ ਜਿਹੜਾ ਕਪੂਰਥਲੇ ਦਾ। ਜੱਜ ਸਾਹਿਬ ਨੇ ਓਪਨਿੰਗ ਲਾਈਨ ਵਿੱਚ ਲਿਖਿਆ ਕਿ ਦਿਸ ਪਟੀਸ਼ਨ ਵਿਲ ਡਿਸਾਈਡ ਓਨਲੀ 2 FIRs of 15 and 18 ਰਜਿਸਟਰਡ ਐਟ ਦੀ ਕੋਟਕਪੂਰਾ ਪੁਲਿਸ ਸਟੇਸ਼ਨ। ਹੁਣ ਗੱਲ ਇਹ ਹੈ ਕਿ 307 ਦੇ ਕੇਸ ਨੂੰ ਕਮਰ ਵਿਜੇ ਪ੍ਰਤਾਪ ਸਿੰਘ, ਜਿਹੜਾ ਆਪਣੇ ਆਪ ਨੂੰ ਬਹੁਤ ਕਾਬਲ ਪੁਲਿਸ ਅਫਸਰ ਕਹਾਉਂਦਾ ਹੈ, ਉਹ 3.5 ਸਾਲ ਵਿੱਚ ਇਨਵੈਸਟੀਗੇਸ਼ਨ ਨਹੀਂ ਕੰਪਲੀਟ ਕਰ ਸਕਦਾ। ਇਹ ਕਾਬਲੀਅਤ ਦਾ ਇੱਕ ਸਬੂਤ ਹੈ। ਕਿਉਂ ਨਹੀਂ ਕਰ ਸਕਿਆ? ਵਜ੍ਹਾ ਸਿੰਪਲ ਹੈ ਕਿ ਜਿਹੜਾ ਇਹ ਕੇਸ ਆ, ਇਹਦੇ ਵਿੱਚ ਇੱਕ ਅਜੀਤ ਸਿੰਘ ਨਾਮੀ ਦੇ ਵਿਅਕਤੀ ਦੇ ਪੱਟ ਵਿੱਚੋਂ ਇੱਕ ਗੋਲੀ ਨਿਕਲੀ ਜੀ। 307 ਦੇ ਕੇਸ ਵਿੱਚ ਗੋਲੀ ਇੱਕ ਪੱਟ ਚੋਂ ਨਿਕਲੀ ਤੇ ਇਹਨੇ ਸਾਰੇ ਹਿੰਦੁਸਤਾਨ ਦਾ ਗੇੜਾ ਦਿੱਤਾ। ਕਮਰ ਵਿਜੇ ਪ੍ਰਤਾਪ ਨੇ ਅਕਸ਼ੇ ਕੁਮਾਰ ਵੀ ਬੁਲਾ ਲਿਆ, ਸਾਹ ਪ੍ਰਕਾਸ਼ ਸਿੰਘ ਬਾਦਲ ਵੀ ਬੁਲਾ ਲਿਆ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੁਲਾ ਲਿਆ, ਆਪਣਾ ਸਮੇਤ ਸੈਣੀ ਵੀ, ਅਕਸ਼ੇ ਕੁਮਾਰ ਵੀ ਬੁਲਾ ਲਿਆ, ਸਮੇਤ ਸੈਣੀ ਵੀ ਬੁਲਾ ਲਿਆ। ਮੈਂ ਹੈਰਾਨ ਹੈ, ਮੈਂ ਵੀ ਆਫਟਰ ਆਲ ਇਸ ਪ੍ਰੋਫੈਸ਼ਨ ਦਾ ਹੈ। ਬੈਂਸ ਸਾਹਿਬ ਮੇਰੇ ਬੜੇ ਵਧੀਆ ਦੋਸਤ ਨੇ, ਪੁਰਾਣੇ ਜੱਜ ਸਾਹਿਬ ਦੇ ਬੇਟੇ ਨੇ, ਕਿ ਕਦੇ ਇਹ ਇਨਵੈਸਟੀਗੇਸ਼ਨ ਐ ਹੋਈ ਹੈ। ਫਿਰ ਦੂਸਰੀ ਗੱਲ, ਜਿਹੜੀ ਸਿੱਟ ਦਾ ਮਤਲਬ ਕੀ ਹੈ, ਇਹ ਸਿੱਟ ਬੜੀ ਹੁੰਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੀ। ਟੀਮ ਕਿੱਥੇ ਹੈ? 4 ਬਾਕੀ ਦੇ ਮੈਂਬਰਾਂ ਨੂੰ ਕਿਉਂ ਨਾ ਕੌਨਫੀਡੈਂਸ ਲਿਆ? ਸਰਕਾਰ ਦੀ ਇਹ ਬਹੁਤ ਵੱਡੀ ਕਮਜ਼ੋਰੀ ਰਹੀ। ਜਦੋਂ 4 ਮੈਂਬਰਾਂ ਨੇ, ਜਿਹਦੇ ਵਿੱਚੋਂ 2 ਵਿਜੇ ਪ੍ਰਤਾਪ ਤੋਂ ਸੀਨੀਅਰ ਸੀਗੇ, ਇੱਕ IG ਤੇ ਇੱਕ ADGP, ਜਦੋਂ 4 ਨੇ ਲਿਖ ਕੇ DGP ਨੂੰ ਦਿੱਤਾ ਕਿ ਅਸੀਂ ਆਪਣੇ ਆਪ ਨੂੰ ਇਹਦੇ ਨਾਲੋਂ ਡਿਸਐਸੋਸੀਏਟ ਕਰਦੇ ਆ ਜੀ, ਜਾਂ ਗਵਰਨਮੈਂਟ ਨੂੰ ਸਿੱਟ ਰੀਕਨਸਟੀਟਿਊਟ ਕਰਨੀ ਚਾਹੀਦੀ ਸੀਗੀ, ਜਾਂ ਕਮਰ ਵਿਜੇ ਪ੍ਰਤਾਪ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਸੀਗੀ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਕਰੇਗਾ, ਜਿੰਨਾ ਚਿਰ ਤੁਹਾਡੇ ਪੰਜਾਂ ਦੇ ਸਾਈਨ ਨਹੀਂ ਹੋਣਗੇ, ਉਹਨੂੰ ਐਕਸੈਪਟ ਨਹੀਂ ਕੀਤਾ ਜਾਊਗਾ ਜੀ। ਹੁਣ ਵਨ ਮੈਨ ਸ਼ੋਅ ਕਰਤਾ, ਐਂਡ ਵਨ ਮੈਨ ਸ਼ੋਅ ਕਰ ਕੀ ਰਿਹਾ ਕਿ ਇੱਕੋ ਕੰਮ। ਅੱਜ ਜਦ ਤੋਂ ਇਨਵੈਸਟੀਗੇਸ਼ਨ ਸਿੱਟ ਬਣੀ ਹੈ, ਉਦੋਂ ਤੋਂ ਲੈ ਕੇ ਇਹ ਕਹਿ ਰਿਹਾ ਕਿ ਵੱਡੇ ਪੋਲੀਟੀਕਲ ਆਦਮੀ ਹੈ, ਮਤਲਬ ਤਬਦੀਸ਼ ਕਰਨ ਤੋਂ ਪਹਿਲਾਂ ਫੈਸਲਾ ਪਹਿਲਾਂ ਕਰੀ ਬੈਠਾ ਹੈ। ਗੱਲ ਤਾਂ ਇਹਦਾ ਗੋਲੀ ਵਾਲਾ ਮੁਲਜ਼ਮ ਤਾਂ ਫੜਨ ਨੂੰ ਨੇੜੇ ਹੀ ਨਹੀਂ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਤੇ ਜਾਵਾਂ ਨਹੀਂ। ਗਰੇਵਾਲ ਸਾਹਿਬ, ਮੈਂ ਇੱਕ ਤੁਹਾਡੀ ਸਟੇਟਮੈਂਟ ਚਾਹੁੰਦਾ ਕਿ ਜਿਹੜਾ ਚੰਡੀਗੜ੍ਹ ਦੀ ਮੀਟਿੰਗ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ? ਦੇਖੋ, ਜੇ ਬਗਾੜੀ ਮੋਰਚਾ ਲੱਗਦਾ ਤਾਂ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਹੈ, ਸਾਬਕਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੈ, ਮੌਜੂਦਾ ਸਰਕਾਰ ਦੇ ਉੱਤੇ ਵੀ ਐਂਗਲ ਹੋਏਗਾ, ਮੈਂ ਉਹਨਾਂ ਕੋਲ ਵੀ ਜਾਵਾਂਗਾ। ਮੈਂ ਸ਼ੁਕਲਾ ਜੀ ਇੱਕੋ ਗੱਲ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 3 FIR ਨੇ, 3 FIR ਜੀ। ਬਾਜਾ ਖਾਨੇ ਥਾਣੇ ਚ 2015 ਦੇ ਰਜਿਸਟਰ ਹੋਏ, ਜਿਹਦੇ ਲਈ ਸਿੱਟ ਬਣੀ ਸੀਗੀ ਰਣਬੀਰ ਸਿੰਘ ਖੱਟੜੇ ਵਾਲੀ ਜੀ। ਖੱਟੜਾ ਸਾਹਿਬ 31 ਮਾਰਚ ਨੂੰ ਰਿਟਾਇਰ ਹੋ ਗਏ। ਉਸ ਤੋਂ ਪਹਿਲਾਂ ਮਾਨਯੋਗ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਸਿੱਟ ਤੋਂ ਹਟਾ ਦਿੱਤਾ ਜੀ। ਇਹਨਾਂ ਨੇ ਮਿਸਟਰ ਪਰਮਾਰ ਉਹਨਾਂ ਦੀ ਥਾਂ ਸਿੱਟ ਤੇ ਲਾ ਦਿੱਤਾ। ਫਿਰ CBI ਤੋਂ ਕੇਸ ਇਹਨਾਂ ਕੋਲ ਵਾਪਸ ਆ ਗਏ, ਪਰ ਮਾਨਯੋਗ ਹਾਈ ਕੋਰਟ ਨੇ ਜਿਹੜਾ ਆਰਡਰ ਕੀਤਾ ਉਹਦੇ ਵਿੱਚ ਇੱਕ ਕੁੰਡੀ ਢਾਤੀ ਕਿ ਜਿਹੜੀ ਸਿੱਟ ਪੰਜਾਬ ਦੀ ਇਨਵੈਸਟੀਗੇਟ ਕਰੂਗੀ, ਉਹ ਜਿਹੜਾ ਐਵੀਡੈਂਸ CBI ਨੇ ਇਕੱਠਾ ਕੀਤਾ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ ਜੀ। ਹੁਣ ਸਿੱਧਾ ਸਵਾਲ ਤਾਂ
ਇਹ ਜਿਹੜੇ ਚੰਡੀਗੜ੍ਹ 'ਚ ਇਕੱਠੇ ਹੋਏ ਆ ਉਹਨਾਂ ਨੂੰ ਵੀ ਜਵਾਬ ਦੇਣਾ ਪਊ, ਜਿਨ੍ਹਾਂ ਨੇ ਪਹਿਲਾਂ ਬਰਗਾੜੀ ਮੋਰਚਾ ਲਾਇਆ ਉਹਨਾਂ ਨੂੰ ਵੀ ਦੇਣਾ ਪਊਗਾ ਕਿ ਕਮਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ 'ਚ ਤਾਂ ਬੇਦਬੀ ਵਾਲੇ ਕੇਸ ਹੈ ਹੀ ਨਹੀਂ ਸੀਗੇ, ਤੇ ਬੇਦਬੀ ਵਾਲੇ ਕੇਸਾਂ 'ਚ ਕੋਈ ਤਬਦੀਸ਼ ਨਹੀਂ ਹੋ ਰਹੀ। ਉਹ ਫਾਈਲਾਂ ਠੰਡੇ ਬਸਤੇ 'ਚ ਪਾ ਗਈਆਂ, ਸੁੱਤੇ ਕਿਉਂ ਰਹੇ ਜੀ? ਕਿਉਂਕਿ ਇਹ ਪੋਲਿਟਿਕਸ ਹੈ। ਇਹ ਜਿਹੜੇ ਲੋਕ ਡਰਾਮਾ ਕਰ ਰਹੇ ਨੇ, ਜਿਹੜੀ ਇਹ ਸਾਜ਼ਿਸ਼ਾਂ ਰਚ ਰਹੇ ਨੇ, ਇਹ ਸੱਤਾ ਹਥਿਆਉਣ ਦੀਆਂ ਲੜਾਈਆਂ ਲੜ ਰਹੇ ਨੇ, ਨਾ ਕਿ ਇਹ ਗ੍ਰੰਥ ਸਾਹਿਬ ਦੀ ਗਰੇਵਾਲ ਸਾਹਿਬ ਤੁਸੀਂ ਸਾਬਕਾ ਜਥੇਦਾਰ ਨੂੰ ਵੀ ਉਸੇ ਕੈਟਾਗਰੀ 'ਚ ਲਿਆ ਕੇ ਖੜਾ ਕਰ ਰਹੇ ਹੋ। ਸੁਖਰਾਜ ਸਿੰਘ ਵੀ ਉੱਥੇ ਸੀ, ਹਰਜਿੰਦਰ ਸਿੰਘ ਮਾਝੀ ਵੀ ਉੱਥੇ ਸੀ, ਸਭ ਇੱਕੋ ਮੈਨੂੰ ਸ਼ੁਕਲਾ ਜੀ, ਮੈਨੂੰ ਤਾਂ ਇੱਕੋ ਗੱਲ ਦੱਸੋ, ਮੈਂ ਇੱਕ ਗੱਲ ਦੱਸਦਾ, ਗੋਲੀ ਕਿਸੇ ਬੰਦੇ ਦੇ ਵੱਜਣੀ ਮਾੜੀ ਹੈ ਜੀ, ਜਿਹਦੇ ਪੱਟ ਵੱਜੀ ਮਾੜੀ ਗੱਲ ਹੋਈ, ਜਿਹੜੇ ਦੋ ਆਪਣੀ ਜਾਨ ਗਵਾ ਬੈਠੇ ਮਾੜੀ ਗੱਲ ਹੋਈ। ਮਨੁੱਖ ਦੇ ਨਾਲ ਗੁਰੂ ਗ੍ਰੰਥ ਨਹੀਂ ਕਦੇ ਰਲਾਇਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਭ ਤੋਂ ਪ੍ਰਥਮ ਤੇ ਸਭ ਤੋਂ ਇੰਪੋਰਟੈਂਟ ਹੈ। ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਲਈ ਜਦ ਪਿਛਲੇ 3.5 ਸਾਲ ਦੀ ਇਹ ਸਰਕਾਰ ਕੋਈ ਪੱਤਾ ਨਹੀਂ ਹਿਲਾ ਰਹੀ, ਇਹ ਲੋਕ ਕਿਉਂ ਸੁੱਤੇ ਰਹੇ? ਠੀਕ ਹੈ, ਕੀ ਇਹ ਸਰਕਾਰ ਦੇ ਹਮਾਇਤੀ ਨੇ? ਮੈਂ ਇੱਕੋ ਗੱਲ ਪੁੱਛਦਾ ਕਿ ਮੈਨੂੰ ਅੱਜ ਵੀ ਸਵੈਸਾ ਬੈਠੇ ਨੇ ਕਾਂਗਰਸ ਦੇ, ਇਹ ਅੱਜ ਹੀ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦੇ ਦੇਣ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੇ 3 FIR ਬਾਜਾਖਾਨਾ ਦੇ ਰਜਿਸਟਰ ਹੋਏ ਨੇ, ਜਿਹੜੇ CBI ਤੋਂ ਪੰਜਾਬ ਦੀ ਸੀਟ ਨੂੰ ਮਿਲੇ ਨੇ, ਇਹ ਕਿੰਨੇ ਦਿਨਾਂ ਵਿੱਚ ਉਹਨਾਂ ਦੇ ਦੋਸ਼ੀਆਂ ਦੇ ਅਗੇਂਸਟ ਚਲਾਨ ਪੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੇ ਮੁਲਜ਼ਮ ਸਾਹਮਣੇ ਲਿਆਉਣਗੇ? ਠੀਕ ਹੈ, ਚਲੋ ਮੈਂ ਉਹਨਾਂ ਕੋਲ ਜਾਵਾਂਗਾ। ਇਸ ਵਿਚਾਲੇ ਸਾਡੇ ਨਾਲ ਸੁਖਪਾਲ ਖਹਿਰਾ ਜੁੜ ਚੁੱਕੇ ਨੇ, ਅੱਜ ਮੀਟਿੰਗ ਦੇ ਵਿੱਚ ਮੌਜੂਦ ਸੀ, ਤੇ ਸਾਡੇ ਨਾਲ ਹਰਜਿੰਦਰ ਸਿੰਘ ਮਾਝੀ ਜੀ ਵੀ ਜੁੜ ਚੁੱਕੇ ਨੇ, ਉਹ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ। ਖਹਿਰਾ ਸਾਹਿਬ, ਦੋ ਚੀਜ਼ਾਂ ਨੇ। ਇੱਕ ਤਾਂ ਗਰੇਵਾਲ ਸਾਹਿਬ ਨੇ ਸਵਾਲ ਕੀਤਾ ਕਿ 3, 3.5, 4 ਸਾਲ ਕਿੱਥੇ ਸੀ ਤੁਸੀਂ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਹੋ ਰਿਹਾ ਸੀ। ਪੁਆਇੰਟ ਨੰਬਰ 2, ਲੋਕ ਸਮਝਣਾ ਚਾਹੁੰਦੇ ਨੇ ਕਿ ਤੁਸੀਂ ਕਿਸ ਦੇ ਉੱਤੇ ਕੁਐਸਚਨ ਚੁੱਕ ਰਹੇ ਹੋ ਕਿ ਸਰਕਾਰ ਨੇ ਪੈਰਵੀ ਨਹੀਂ ਕੀਤੀ। ਅੱਜ ਦੀ ਮੀਟਿੰਗ ਵਾਲੇ ਨੁਮਾਇੰਦੇ ਸਰਕਾਰ ਨੂੰ ਘੇਰ ਰਹੇ ਨੇ, ਜਾਂ ਹਾਈ ਕੋਰਟ ਦੇ ਉੱਤੇ ਸਿੱਧਾ ਕਿ ਤੁਸੀਂ ਹਾਈ ਕੋਰਟ ਦੇ ਉੱਤੇ ਸਵਾਲ ਚੁੱਕ ਰਹੇ ਹੋ ਕਿ ਨਹੀਂ, ਇਹ ਸਟੇਟਮੈਂਟ ਜਾਂ ਇਸ ਤਰੀਕੇ ਦੀ ਜਿਹੜੀ ਜਜਮੈਂਟ ਨਹੀਂ ਦਿੱਤੀ ਜਾ ਸਕਦੀ, ਉਹਨਾਂ ਨੇ ਦੇ ਦਿੱਤੀ? ਦੇਖੋ, ਪਹਿਲੀ ਗੱਲ ਤਾਂ ਮੈਨੂੰ ਬੜਾ ਦੁੱਖ ਵੀ ਆਉਂਦਾ ਵਾ ਤੇ ਥੋੜਾ ਹਾਸੋਹੀਣੀ ਵੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਸੀ ਜਿਹੜੀ ਇੱਕ ਨੁਮਾਇੰਦਾ ਜਮਾਤ ਸਿੱਖਾਂ ਦੀ ਅਖਵਾਉਂਦੀ ਸੀਗੀ, ਔਰ ਸਭ ਤੋਂ ਜ਼ਿਆਦਾ ਇਹਨਾਂ ਦੇ ਨੰਬਰ ਪ੍ਰਾਈਮ ਏਜੰਡੇ ਦੇ ਉੱਤੇ, ਕਿਉਂਕਿ SGPC ਦੇ ਉੱਤੇ ਕੰਟਰੋਲ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਅਪਾਇੰਟ ਕਰਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ, ਜੇ ਆਪਾਂ ਚਲੋ ਵੈਸੇ ਤਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਬਹੁਤ ਦੁੱਖ ਹੁੰਦਾ ਜਦੋਂ ਕੋਈ ਬੇਇਨਸਾਫੀ ਹੁੰਦੀ ਹੈ, ਪਰ ਇਹ ਉਹਦੇ ਪ੍ਰੋਪਗੇਟਰ ਸੀਗੇ, ਇਹ ਉਹਦੇ ਫਰੰਟ ਲਾਈਨ ਉਹਦੇ ਡਿਫੈਂਡਰ ਸੀ। ਇਹਨਾਂ ਦੀ ਸਰਕਾਰ ਵੇਲੇ ਬੇਅਦਬੀਆਂ ਇੱਕ ਨਹੀਂ ਅਨੇਕਾਂ, ਫਿਰ ਕੋਟਕਪੂਰੇ ਦੀ ਗੋਲੀ ਤੇ ਫਿਰ ਬਾਈਬਲ ਕਲਾਂ ਦੇ ਵਿੱਚ 2 ਇਨੋਸੈਂਟ ਬੰਦਿਆਂ ਦਾ ਮਾਰਿਆ ਜਾਣਾ। ਇਹਨਾਂ ਨੂੰ ਪਹਿਲਾਂ ਤਾਂ ਇਹ ਪੁੱਛੋ ਕਿ ਹੁਣ ਇੰਨਾ ਇਹ ਖੁਸ਼ ਹੋ ਰਹੇ ਨੇ ਕਿ ਜੀ ਫੈਸਲਾ ਸਾਡੇ ਹੱਕ ਵਿੱਚ ਆ ਗਿਆ, ਨਾਟ ਰਿਅਲਾਈਜ਼ਿੰਗ ਕਿ ਲੋਕਾਂ ਦੀ ਕਚਹਿਰੀ ਵਿੱਚ ਇਹ ਬਖਸ਼ੇ ਨਹੀਂ ਜਾਣਗੇ, ਗੁਨਾਹਗਾਰ ਹੀ ਨੇ ਅੱਜ ਵੀ। ਹੋ ਸਕਦਾ ਕੁਝ ਅਫਸਰ ਇਸ ਹਾਈ ਕੋਰਟ ਦੇ ਫੈਸਲੇ ਦੀ ਟੈਕਨੀਕੈਲਿਟੀਜ਼ ਦਾ ਫਾਇਦਾ ਲੈ ਕੇ ਉਹ ਭਾਵੇਂ ਕਿਸੇ ਸਰਕਾਰੀ ਚੁੰਗਲ ਚੋਂ ਨਿਕਲ ਜਾਣ, ਲੇਕਿਨ ਇੱਕ ਅਦਾਲਤ ਜਿਹੜੀ ਲੋਕਾਂ ਦੀ ਆ ਉਹ ਇਹਨਾਂ ਨੂੰ ਗੁਨਾਹਗਾਰ ਠਹਿਰਾ ਚੁੱਕੀ। ਉਹਦਾ ਵਰਡਿਕਟ 2017 ਵਿੱਚ ਇਹਨਾਂ ਦੇ ਉਲਟ ਆ ਚੁੱਕਾ, ਔਰ ਇਹਨਾਂ ਦੀ 1.5 ਸਾਲ ਸਰਕਾਰ ਰਹੀ। 2015 ਚ ਬੇਅਦਬੀਆਂ ਹੁੰਦੀਆਂ ਨੇ ਜੀ, ਸਾਰਾ ਕੁਝ ਜੂਨ ਤੋਂ ਕੰਮ ਸ਼ੁਰੂ ਹੋ ਗਿਆ ਸੀ ਜਵਾਹਰ ਸਿੰਘ ਵਾਲੇ ਤੋਂ, ਤੇ 1.5 ਸਾਲ ਦੇ ਵਿੱਚ ਇਹਨਾਂ ਨੂੰ ਪੁੱਛੋ ਕੋਈ ਇਹਨਾਂ ਨੇ ਐਫਰਟ ਕੀਤਾ ਕਿ ਅਸੀਂ ਟ੍ਰੇਸ ਕਰੀਏ? ਕੋਈ ਜਿਹੜੇ 2 ਬੰਦੇ ਬਾਈਬਲ ਕਲਾਂ ਦੇ ਵਿੱਚ ਮਾਰੇ ਗਏ ਉਹ ਕਿਸੇ ਦੇ ਪੁੱਤ ਸੀ ਨਾ ਜੀ ਅਕਸਰ। ਉਹਨਾਂ ਦੀ FIRs ਜਿੰਨੀ ਦੇਰ ਇਹਨਾਂ ਦੀ ਸਰਕਾਰ ਰਹੀ, ਉਹਨਾਂ ਦੀ FIR ਵਿੱਚ ਕਿਸੇ ਪੁਲਿਸ ਵਾਲੇ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਜੀ, ਕਿਸੇ ਨੂੰ ਅਰੈਸਟ ਕੀਤਾ ਜੀ। ਸੋ ਇਸ ਕਰਕੇ ਅੱਜ ਇਹ ਸਿਰਫ ਹਾਈ ਕੋਰਟ ਦੇ ਇਸ ਫੈਸਲੇ ਤੋਂ ਇੰਨੇ ਖੁਸ਼ ਹੋ ਰਹੇ ਨੇ, ਜਿਹੜਾ ਕਿ ਮੋਸਟ ਅਨਫੋਰਚੂਨੇਟ ਆ। ਅਕਾਲੀ ਦਲ ਅਗਰ ਜੈਨੂਅਨਲੀ ਪੰਥਕ ਹਿੱਤਾਂ ਦੀ ਲੜਾਈ ਲੜਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਮੂਹਰੇ ਆਣ ਕੇ ਕੰਡੈਮ ਕਰਨਾ ਚਾਹੀਦਾ ਸੀਗਾ। ਔਰ ਜਿਹੜਾ ਸਾਡੇ ਤੇ ਇਲਜ਼ਾਮ ਲਾ ਰਹੇ ਨੇ 3 ਸਾਲ ਕਿੱਥੇ ਸੀਗੇ, ਕਿਉਂ ਅਸੀਂ ਜਿਹੜਾ ਬਰਗਾੜੀ ਦਾ ਮੋਰਚਾ ਸੀ, ਕੋਟਕਪੂਰੇ ਦਾ ਇਕੱਠ, ਜਿਹੜੀ ਕਾਲ ਸੀ, ਉਦੋਂ ਜਿਹੜੀ ਜਦੋਜਹਿਦ ਕੀਤੀ, ਭੁੱਲ ਗਏ ਨੇ ਇਹ। ਇਸ ਕਰਕੇ ਅਸੀਂ ਜਿਹੜਾ ਇੰਤਜ਼ਾਰ ਕਰ ਰਹੇ ਸੀਗੇ, ਕਿਉਂਕਿ SIT ਨੇ 9 ਚਲਾਨ ਪੇਸ਼ ਕਰ ਦਿੱਤੇ ਨੇ ਉੱਥੇ ਫਰੀਦਕੋਟ ਦੇ ਅਦਾਲਤ ਵਿੱਚ। ਬਿਲਕੁਲ ਅਫਸੋਸ ਹੈ ਇਸ ਗੱਲ ਦਾ ਵਾ ਕਿ ਦੇਖੋ ਅੱਜ ਕੋਈ ਵੀ ਨਾਰਮਲ ਕੋਰਸ ਵਿੱਚ ਤੁਸੀਂ ਹਾਈ ਕੋਰਟ ਚਲ ਜਾਓ, ਤੁਸੀਂ ਸੁਪਰੀਮ ਕੋਰਟ ਚਲ ਜਾਓ, ਕੋਈ ਵੀ ਕਿਸੇ ਦੇ ਖਿਲਾਫ ਕੋਈ ਜਾਂਚ ਹੈ, ਦੇ ਵਿਲ ਨੈਵਰ ਸਟੇਟ, ਉਹ ਕਹਿੰਦੇ ਜੀ ਅਸੀਂ ਇਨਵੈਸਟੀਗੇਸ਼ਨ ਨਹੀਂ ਰੋਕ ਸਕਦੇ। ਲੇਕਿਨ ਇਸ ਕੇਸ ਵਿੱਚ ਅਨਫੋਰਚੂਨੇਟਲੀ ਪਤਾ ਨਹੀਂ ਕੀ ਕੰਸੀਡਰੇਸ਼ਨ, ਕੀ ਗੱਲ ਹੋਈ ਆ ਕਿ ਹਾਈ ਕੋਰਟ ਨੇ ਟ੍ਰਾਇਲ ਕੋਰਟ ਦਾ ਰੂਲ ਅਖਤਿਆਰ ਕਰ ਲਿਆ। ਇਹ ਟ੍ਰਾਇਲ ਕੋਰਟ ਨੇ ਦੇਖਣਾ ਸੀਗਾ ਕਿ ਚਲਾਨਾਂ ਵਿੱਚ ਕੋਈ ਮੈਰਿਟ ਹੈ, ਡੀਮੈਰਿਟ ਹੈ, ਗਲਤ ਹੈ,
ਸਹੀ ਆ, ਬੇਗੁਨਾਹ ਤਾਂ ਨਹੀਂ ਕੋਈ ਫਸਾਇਆ ਜਾ ਰਿਹਾ। ਜਿਹੜਾ ਕੰਮ ਟ੍ਰਾਇਲ ਕੋਰਟ ਨੇ ਕਰਨਾ ਸੀ ਉਹ ਚੱਕ ਕੇ ਇਹਨਾਂ ਨੇ ਕਰਨਾ। ਹੁਣ ਇਹਦੇ ਵਿੱਚ ਵਿਰੋਧ ਕਰਨਾ ਤਾਂ ਸਭ ਦਾ ਬਣਦਾ ਨਾ ਜੀ, ਕੋਈ ਜੇ ਇੱਥੋਂ ਦੀ ਲੋਕਾਂ ਦੀ ਬਣਾਈ ਹੋਈ ਅਦਾਲਤ ਖੁਦਾ ਥੋੜੋ ਆ। ਇਸ ਕਰਕੇ ਅਸੀਂ ਤਾਂ ਅੱਜ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਈ ਆ, ਉਹਦਾ ਬਿਗਲ ਵਜਾਇਆ ਵਾ, ਕਿਉਂਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਭੱਜ ਚੁੱਕੇ ਨੇ, ਉਹ ਇਹਦਾ ਸਾਥ ਦੇ ਰਹੇ ਨੇ, ਗੁਨਾਹਗਾਰਾਂ ਦਾ, ਚੋਰਾਂ ਦਾ, ਕਾਤਲਾਂ ਦਾ। ਇਹਨਾਂ ਨੂੰ ਪਹਿਲਾਂ ਪੁੱਛੋ, ਸੁਮੇਧ ਸਿੰਘ ਸੈਣੀ ਡੀਜੀਪੀ ਇਹਨਾਂ ਨੇ ਲਾਇਆ, ਕੌਣ ਸੀਗਾ ਉਹ? ਜਿਸ ਆਦਮੀ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ, ਇੱਕ ਨੂੰ ਨਹੀਂ ਕਈਆਂ ਨੂੰ ਮਾਰਿਆ। ਆ ਜਿਹੜਾ ਹੈਗਾ ਸੀਗਾ ਆਲਮ ਸੇਨਾ ਦਾ ਮੁਖੀਆ, ਉਹਦੀ ਘਰਵਾਲੀ ਨੂੰ ਇਹਨਾਂ ਨੇ ਮਲੇਰਕੋਟਲੇ ਤੋਂ ਐਮਐਲਏ ਬਣਾਇਆ ਕਿ ਨਹੀਂ ਬਣਾਇਆ, ਔਰ ਉਸ ਤੋਂ ਬਾਅਦ ਉਹਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ। ਵਾਟ ਇਜ਼ ਰੋਂਗ ਵਿਦ them? ਜਦਕਿ ਇਹ ਬਿਲਕੁਲ ਆਪਣੀ ਆਈਡੀਓਲੋਜੀ ਨੂੰ ਤਲਾਂਜਲੀ ਦੇ ਚੁੱਕੇ ਨੇ, ਭੁੱਲ ਚੁੱਕੇ ਨੇ ਕੀ ਹੋ ਕੀ ਗਿਆ ਸੀ ਇਹਨਾਂ ਨੂੰ। ਇਸ ਕਰਕੇ ਜਿਹੜੇ ਲੋਕ ਇਨਸਾਫ ਮੰਗਦੇ ਨੇ, ਜਿਹੜੇ ਜਦੋਜਹਿਦ ਕਰਦੇ ਨੇ, ਉਹਨਾਂ ਤੇ ਉਂਗਲ ਚੱਕਣ ਦੀ ਪਹਿਲਾਂ ਅੰਦਰ ਆਪਣੇ ਛਾਤੀ ਮਾਰੋ। ਮੈਂ ਵਾਪਸ ਪੁਆਇੰਟ ਦੇ ਉੱਤੇ ਆਵਾਂ। ਮੈਂ ਉਹੀ ਜਾਣਨਾ ਚਾਹ ਰਿਹਾ, ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਇੱਕ ਤਾਂ ਤੁਸੀਂ ਅੱਗੇ ਦੀ ਇਹ ਸਮਝਿਆ ਜਾਵੇ ਕਿ ਬਰਗਾੜੀ ਮੋਰਚੇ ਵਰਗਾ ਕੋਈ ਮੋਰਚਾ ਲੱਗਣ ਜਾ ਰਿਹਾ ਹੈ। ਨਹੀਂ, ਹਲੇ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਅੱਜ ਇੱਕ ਐਮਰਜੈਂਸੀ ਮੀਟਿੰਗ, ਕਿਉਂਕਿ ਇੱਕਦਮ ਇੰਨੇ ਬੰਦਿਆਂ ਨੂੰ ਸੱਦਿਆ ਨਹੀਂ ਜਾ ਸਕਦਾ, ਕੁਝ ਵਿਅਕਤੀ ਅਸੀਂ ਇਕੱਠੇ ਹੋਏ ਸੀ ਕਿ ਇਹ ਤਾਂ ਨਹੀਂ ਨਾ ਹੈ ਕਿ ਅਗਰ ਕੋਈ ਬੇਇਨਸਾਫੀ ਬਰਕਰਾਰ ਰਹਿ ਰਹੀ ਹੈ ਤੇ ਉਹਦੇ ਖਿਲਾਫ ਕੋਈ ਆਵਾਜ਼ ਹੀ ਨਾ ਉੱਠੇ ਪੰਜਾਬ ਦੇ ਵਿੱਚੋਂ। ਇਹ ਨਹੀਂ ਹੋ ਸਕਦਾ। ਇਸ ਆਵਾਜ਼ ਨੂੰ ਚੁੱਕਣ ਵਾਸਤੇ ਅਸੀਂ ਕੁਝ ਆਦਮੀ ਇਕੱਠੇ ਹੋਏ ਸੀਗੇ, ਔਰ ਪਰਸੋਂ ਅਸੀਂ ਅੰਬ ਸਾਹਿਬ ਕੋਈ ਇਕੱਠ ਨਹੀਂ ਕਰ ਰਹੇ। ਪਰਸੋਂ ਅਸੀਂ 11 ਵਜੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੀਡੀਆ ਨੂੰ ਬੁਲਾ ਕੇ ਜਿਹੜਾ ਵੀ ਐਕਸ਼ਨ ਪਲਾਨ ਹੋਊਗਾ ਉਹਨੂੰ ਰੋਲ ਆਊਟ ਕਰਾਂਗੇ। ਠੀਕ ਹੈ। ਔਰ ਫਿਰ ਲੋਕਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਇਸ ਇਨਸਾਫ ਦੀ ਲੜਾਈ ਵਿੱਚ ਮੋਹਰੇ ਆਓ, ਕਿਉਂਕਿ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ ਜੀ, ਦੈਨ ਆਈ ਡੋਂਟ ਥਿੰਕ ਸੋ ਕਿਸੇ ਆਦਮੀ ਨੂੰ, ਕਿਸੇ ਡੀਸੀ, ਐਸਐਸਪੀ, ਕਿਸੇ ਸਰਕਾਰੀ ਦਰਬਾਰੇ ਜਾਂ ਕਿਸੇ ਹੋਰ ਛੋਟੇ-ਮੋਟੇ ਕਿਸੇ ਸਰਕਾਰੀ ਦਫ਼ਤਰ ਤੋਂ ਕੋਈ ਨਿਆਂ ਦੀ ਉਮੀਦ ਕਿਸੇ ਨੂੰ ਰੱਖਣੀ ਚਾਹੀਦੀ ਹੈ। ਠੀਕ ਹੈ। ਇਹ ਬਹੁਤ ਅਹਿਮ ਇੰਪੋਰਟੈਂਟ ਇਸ਼ੂ ਹੈ ਜੀ। ਸਵੈਤ ਸਾਹਿਬ, ਇੱਕ ਛੋਟੀ ਜਿਹੀ ਸਟੇਟਮੈਂਟ, ਉਸ ਤੋਂ ਬਾਅਦ ਮੈਂ ਬ੍ਰੇਕ ਦੇ ਉੱਤੇ ਜਾਣਾ ਹੈ। ਕਾਂਗਰਸ ਦੀ ਸਟੇਟਮੈਂਟ ਬਹੁਤ ਜ਼ਰੂਰੀ ਹੈ। ਇਹ ਲੱਗ ਰਿਹਾ ਕਿ ਨਵਾਂ ਮੋਰਚਾ ਇੱਕ ਖੜਾ ਹੋ ਰਿਹਾ ਹੈ। 27 ਤਰੀਕ ਨੂੰ ਇੱਕ ਤਰੀਕੇ ਨਾਲ ਅਫੀਸ਼ੀਅਲ ਅਨਾਉਂਸਮੈਂਟ ਹੋ ਜਾਏਗੀ। ਖਹਿਰਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਸਵੈਤ ਸਾਹਿਬ, ਬੇਅਦਬੀ ਵਾਲੇ ਮੁੱਦੇ ਨੂੰ ਲੈ ਕੇ, ਗੋਲੀकांड ਦੇ ਮੁੱਦੇ ਨੂੰ ਲੈ ਕੇ ਲੋਕ ਸਵਾਲ ਪੁੱਛ ਰਹੇ ਨੇ ਕਿ ਤੁਸੀਂ 2017 ਚ ਵਾਅਦਾ ਕੀਤਾ ਸੀ, ਕੀ ਬਣਿਆ ਉਸ ਦਾ? ਕਿ ਇਨਸਾਫ ਹੋਏਗਾ ਇਸ ਪੂਰੇ ਮਾਮਲੇ 'ਚ? ਸਲਾਖਾਂ ਦੇ ਪਿੱਛੇ ਹੋਣਗੇ ਮੁਲਜ਼ਮ? ਇੱਥੇ ਤਾਂ ਪਤਾ ਹੀ ਲੱਗ ਰਿਹਾ ਕਿ ਜਾਂਚ ਕੌਣ ਕਰੇਗਾ, ਕਦੋਂ ਹੋਏਗੀ, ਕਦੋਂ ਖਤਮ ਹੋਏਗੀ? ਗੌਰਵ ਜੀ, ਪਹਿਲੀ ਗੱਲ ਤਾਂ ਇਹ ਹੈਗੀ ਹੈ, ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਇਆ ਇਹ ਦੇਖੋ, ਅਸੀਂ ਹਾਈ ਕੋਰਟ ਦਾ ਇਹਤਰਾਮ ਕਰਦੇ ਹਾਂ, ਮਾਨਯੋਗ ਜੱਜ ਸਾਹਿਬ ਦਾ ਇਹਤਰਾਮ ਕਰਦੇ ਹਾਂ, ਕੋਈ ਕਿਸੇ ਕਿਸਮ ਦੀ ਇਲਜ਼ਾਮਬਾਜ਼ੀ ਨਹੀਂ ਕਰਦੇ, ਲੇਕਿਨ ਸਾਨੂੰ ਕਾਨੂੰਨੀ ਤੌਰ ਤੇ ਇਸ ਫੈਸਲੇ ਦਾ ਜਿਹੜਾ ਹੈਗਾ ਇਹਦੇ ਤੇ ਟਿੱਪਣੀ ਕਰਨ ਦਾ ਜਾਂ ਇਹਨੂੰ ਗਲਤ ਠੀਕ ਕਹਿਣ ਦਾ ਬਿਲਕੁਲ ਸਾਡੇ ਕੋਲ ਹੱਕ ਹੈਗਾ। ਤੇ ਲੀਗਲੀ ਜੇ ਆਪਾਂ ਦੇਖੀਏ, ਮੈਂ ਬਤੌਰ ਵਕੀਲ ਵੀ ਗੱਲ ਕਰਾਂ ਤਾਂ ਇਸ ਫੈਸਲੇ ਦੇ ਵਿੱਚ ਕਾਫੀ ਖਾਮੀਆਂ ਨੇ। ਤੇ ਅਗਰ ਜੇ ਫੈਸਲਾ ਇਹ ਰਹਿੰਦਾ ਹੈ, ਜੇ ਫੈਸਲਾ ਰਹਿੰਦਾ ਇਹ, ਤਾਂ ਮੈਨੂੰ ਇਹ ਪੂਰਾ ਵਿਸ਼ਵਾਸ ਹੈਗਾ, ਮੇਰੇ ਇੱਥੇ ਹੋਰ ਵੀ ਵਕੀਲ ਸਾਹਿਬ ਬੈਠੇ ਨੇ, ਗਰੇਵਾਲ ਸਾਹਿਬ ਬੈਠੇ ਨੇ, ਬੈਂਸ ਸਾਹਿਬ ਬੈਠੇ ਨੇ, ਕਿਸੇ ਵੀ ਹੇਠਲੀ ਕੋਰਟ ਦਾ ਅਗਰ ਕੋਈ ਐਸਆਈਟੀ ਹੋਰ ਬਣਦੀ ਹੈ, ਇੱਕ ਬਣਦੀ ਹੈ, ਹੋਰ ਬਣਦੀਆਂ ਨੇ, ਤੇ ਬਾਕੀ ਜਿਹੜੇ ਕਨੈਕਟਡ ਕੇਸਿਸ ਨੇ ਹੋਰ, ਉਹਨਾਂ ਦੇ ਵਿੱਚ ਵੀ ਕਿਸੇ ਮੁਲਜ਼ਮ ਨੂੰ ਸਜ਼ਾ ਨਹੀਂ ਹੋਏਗੀ ਅਗਰ ਇਹ ਫੈਸਲਾ ਮਾਨਯੋਗ ਹਾਈ ਕੋਰਟ ਦਾ ਇਦਾਂ ਰਹਿੰਦਾ ਹੈ। ਕਿਉਂਕਿ ਇਸ ਫੈਸਲੇ ਦੇ ਵਿੱਚ ਬਹੁਤ ਹੀ ਇਦਾਂ ਦੀਆਂ ਜਿਹੜੀਆਂ ਟਿੱਪਣੀਆਂ ਜਿਹੜੀਆਂ ਸਾਰੇ ਕੇਸ ਨੂੰ ਖਤਮ ਕਰ ਦਿੰਦੀਆਂ ਨੇ, ਜਿਹੜੀਆਂ ਦੀ ਅਸੀਂ ਸਮਝਦੇ ਹਾਂ ਕਿ ਉਹਨਾਂ ਟਿੱਪਣੀਆਂ ਦੀ ਲੋੜ ਨਹੀਂ ਸੀ। ਮਾਨਯੋਗ ਹਾਈ ਕੋਰਟ ਨੇ ਉਹ ਜ਼ਿਆਦਾ ਇਹਨੂੰ ਕਹਿੰਦੇ ਨੇ ਕਿ ਬਹੁਤ ਦੂਰ ਤੱਕ ਟਰੈਵਲ ਕਰ ਗਈ, ਜਿੱਥੇ ਇਹਨਾਂ ਟਿੱਪਣੀਆਂ ਦੀ ਲੋੜ ਨਹੀਂ ਸੀਗੀ। ਹਾਲਾਂਕਿ ਸ਼ੁਰੂ ਦੇ ਵਿੱਚ ਫੈਸਲੇ ਵਿੱਚ ਇਹ ਕਿਹਾ ਸੀ, ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਬਾਕੀ ਗੱਲਾਂ ਤੇ ਟਿੱਪਣੀਆਂ ਨਹੀਂ ਕੀਤੀਆਂ ਜਾਣਗੀਆਂ, ਸਿਰਫ ਤੇ ਸਿਰਫ ਜਿਹੜਾ ਇਹ ਕੋਟਕਪੂਰੇ ਵਾਲਾ ਫਾਇਰਿੰਗ ਇਨਸੀਡੈਂਟ ਹੈ ਇਹਦੇ ਤੇ ਕਨਫਾਈਨ ਕੀਤਾ ਜਾਏਗਾ, ਉਸੇ ਦੁਆਲੇ ਘੁੰਮਿਆ ਜਾਏਗਾ। ਲੇਕਿਨ ਮਾਨਯੋਗ ਹਾਈ ਕੋਰਟ ਫੈਸਲਾ ਕਰਦੀ ਕਰਦੀ ਇੰਨੀ ਦੂਰ ਤੱਕ ਚਲੇ ਜਾਂਦੀ ਹੈਗੀ ਹੈ ਕਿ ਬਹੁਤ ਗੱਲਾਂ ਇਦਾਂ ਦੀਆਂ ਜਿਹੜੀਆਂ ਹੈਗੀਆਂ ਸਬੂਤਾਂ ਤੇ ਇਨਵੈਸਟੀਗੇਸ਼ਨ ਦੇ ਜੋ ਐਵੀਡੈਂਸ ਆਇਆ ਹੈਗਾ, ਉਹਨਾਂ ਤੇ ਬਰੀਕੀ ਨਾਲ ਥ੍ਰੈਡ ਬੇਅਰ ਡਿਸਕਸ ਕਰਕੇ ਉੱਦਾਂ ਦੇ ਟਿੱਪਣੀਆਂ ਦਿੱਤੀਆਂ ਗਈਆਂ ਨੇ, ਕਨਕਲੂਜਨ ਕੱਢੇ ਗਏ ਨੇ, ਇਨਫਰੈਂਸਿਸ ਡਰਾ ਕੀਤੀਆਂ ਗਈਆਂ ਨੇ, ਜਿਹੜੀਆਂ ਅਗਰ ਰਿਕਾਰਡ ਤੇ ਰਹਿੰਦੀਆਂ ਨੇ ਫੈਸਲੇ ਤੇ ਕਿਸੇ ਕੋਰਟ ਦੀ ਨੀਚੇ ਹਿੰਮਤ ਨਹੀਂ ਪਏਗੀ ਕਿਸੇ ਵੀ ਕੇਸ ਦੇ ਵਿੱਚ ਮੁਲਜ਼ਮਾਂ ਨੂੰ। ਪਰ ਦੇਖੋ ਸਵੈਤ ਸਾਹਿਬ, ਲੋਕ ਇਸ ਸਮੇਂ ਹੀ ਪੁੱਛ ਰਹੇ ਨੇ ਨਾ ਕਿ ਜਿਹੜੇ ਪੈਰਵੀ ਕਰਨ ਵਾਲੇ ਸੀ ਉਹ ਕਿੱਥੇ ਨਹੀਂ ਹੋਣਗੇ? ਕਿ ਜੇ ਅਦਾਲਤ ਨੇ ਇੰਨਾ ਜ਼ਿਆਦਾ ਡੂੰਘਾਈ ਦੇ ਵਿੱਚ ਜਾ ਕੇ ਟਿੱਪਣੀਆਂ ਕਰ ਦਿੱਤੀਆਂ ਤਾਂ ਜਿਹੜੇ ਪੈਰਵੀ ਕਰ ਰਹੇ ਸੀ ਉਹ ਕਿੱਥੇ ਸੀ? ਸਰਕਾਰ ਕਿੱਥੇ ਸੀ? ਸਰਕਾਰ ਦੇ ਵਕੀਲ ਨੁਮਾਇੰਦੇ ਕਿੱਥੇ ਸੀ? ਮੈਂ ਅੱਗੇ ਚੱਲਦਾ। ਸਰਕਾਰ ਦੇ ਵਕੀਲ ਉੱਥੇ ਬਿਲਕੁਲ ਸੀਗੇ। ਮਿਸਟਰ ਸਿਧਾਰਥ ਲੂਥਰਾ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਉਹਨਾਂ ਨੇ ਡਿਫੈਂਡ ਕੀਤਾ ਕਿ ਇਸ ਨੂੰ ਸਾਰੇ ਪੁਆਇੰਟਸ ਉਠਾਏ ਗਏ ਨੇ।
ਲੇਕਿਨ ਮੈਂ ਫਿਰ ਦੁਬਾਰਾ ਕਹਿਣਾ ਕਿ ਅਸੀਂ ਕਿਸੇ ਜਾਤੀ ਤੌਰ ਤੇ ਕੋਈ ਜੱਜ ਸਾਹਿਬ ਤੇ ਜਾਂ ਹਾਈ ਕੋਰਟ ਤੇ ਕੋਈ ਟਿੱਪਣੀ ਨਹੀਂ ਕਰਦੇ ਇਦਾਂ ਦੀ, ਲੇਕਿਨ ਲੀਗਲ ਤੌਰ ਤੇ ਮੈਂ ਕਹਿ ਰਿਹਾ ਕਿ ਲੀਗਲੀ ਫੈਸਲਾ ਠੀਕ ਹੈ। ਜਿਹੜਾ ਹੈਗਾ ਅਗਰ ਚੈਲੰਜ ਨਾ ਹੋਇਆ, ਅਗਰ ਇਹ ਫੈਸਲਾ ਰਹਿੰਦਾ ਹੈ ਤਾਂ ਸਾਨੂੰ ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ, ਚਾਹੇ ਅਸੀਂ ਐਸਆਈਟੀ ਅੱਜ ਬਣਾ ਲਈਏ, ਚਾਹੇ 15 ਦਿਨ ਦੀ ਰਿਪੋਰਟ ਆ ਜਾਏ, ਚਾਹੇ ਮਹੀਨੇ 'ਚ ਆ ਜਾਏ, ਚਾਹੇ 2 ਮਹੀਨੇ 'ਚ ਆ ਜਾਏ। ਤੁਸੀਂ ਕਹਿ ਰਹੇ ਹੋ ਕਿ ਇਸ ਦੇ ਅਗੇਂਸਟ ਸਾਨੂੰ ਜਾਣਾ ਹੀ ਹੋਏਗਾ ਕਿ ਚਾਹੇ ਅਸੀਂ ਡਬਲ ਬੈਂਚ ਕੋਲ ਜਾਈਏ ਜਾਂ ਫਿਰ ਸੁਪਰੀਮ ਕੋਰਟ ਜਾਈਏ। ਬਿਲਕੁਲ ਜਾਣਾ ਠੀਕ ਹੈ ਪਏਗਾ। ਸੁਰੇਸ਼ ਸਾਹਿਬ ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਹੋਏਗਾ, ਮੈਂ ਤੁਹਾਡੇ ਨਾਲ ਵਾਪਸ ਆਉਣਾ, ਆਪਾਂ ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਰਨਾ ਹੈ ਕਿ ਇੱਥੇ ਬਦਲ ਕੀ ਹੈ ਜੀ ਬਦਲ ਕੀ ਹੈ ਇਸ ਸਮੇਂ ਨਾ ਸਰਕਾਰ ਦੇ ਕੋਲ। ਬੈਂਸ ਸਾਹਿਬ ਸਾਡੇ ਨਾਲ ਸੀਨੀਅਰ ਵਕੀਲ ਜੁੜੇ ਹੋਏ ਨੇ, ਆਪਾਂ ਬ੍ਰੇਕ ਤੋਂ ਬਾਅਦ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਸਰਕਾਰ ਕੋਲ ਬਦਲ ਕੀ ਹੈ, ਕਿ ਵਾਕਈ ਸਰਕਾਰ ਕੋਲ ਇਸ ਤਰੀਕੇ ਦਾ ਕੋਈ ਬਦਲ ਹੈ ਕਿ ਜਾ ਕੇ ਇਸ ਪੂਰੀ ਜਜਮੈਂਟ ਦੇ ਖਿਲਾਫ ਸਰਕਾਰ ਕਿਸੇ ਤਰੀਕੇ ਨਾਲ ਕਾਮਯਾਬ ਹੋ ਜਾਵੇ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਗੱਲਬਾਤ ਨੂੰ ਜਾਰੀ ਰੱਖਾਂਗੇ।